ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਆਪ ਜੀ ਸਮਾਗਮ ਸਾਰੀ ਸੰਗਤ ਨੇ ਅਟੈਂਡ ਕੀਤਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ, ਉਹ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਵਿਖੇ ਕਾ ਲੈਣਾ। ਇਹ ਸੰਗਤ ਉਸੇ ਨੂੰ ਪ੍ਰਾਪਤ ਹੁੰਦੀ ਹੈ ਜਿਸ ਤੇ ਮਸਤਕ ਗੁਰੂ ਸਾਹਿਬ ਜੀ ਨੇ ਪੂਰਬਲੇ ਕਰਮ ਤੋਂ ਦੇਖ ਲਿਖੇ ਹੁੰਦੇ ਹਨ। ਬੜੇ ਵੱਡੇ ਭਾਗਾਂ ਨਾਲ ਸਤਸੰਗ ਪ੍ਰਾਪਤੀ ਹੈ। ਗੁਰਸਿੱਖੀ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਮੁੱਖ ਕਰਮ ਤੇ ਸਹਾਇਕ ਕਰਮ, ਦੋ ਕਰਮਾਂ ਦਾ ਜ਼ਿਕਰ ਕੀਤਾ। ਗੁਰਸਿੱਖੀ ਗੁਰਮਤਿ ਵਿੱਚ ਜਿਹੜਾ ਮੁੱਖ ਕਰਮ ਹੈ ਉਹ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਹੋਰ ਪਾਤਸ਼ਾਹ ਜੀ ਦੇ ਬਚਨ ਹਨ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਸਾਰਿਆਂ ਕਰਮਾਂ ਤੋਂ ਉੱਚੀ ਤੇ ਨਿਰਮਲ ਕਰਨੀ ਕੀ ਹੈ? ਅਕਾਲ ਪੁਰਖ ਜੀ ਦੇ ਨਾਮ ਦਾ ਸਿਮਰਨ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਭਾਈ ਸਾਹਿਬ ਜੀ, ਭਾਈ ਰਣਧੀਰ ਸਿੰਘ ਜੀ, ਰੰਗਲੇ ਸੱਜਣ ਗੁਰਮੁਖ ਪਿਆਰੇ, ਜਿਨ੍ਹਾਂ ਦੀਆਂ ਪੁਸਤਕਾਂ ਵਿੱਚੋਂ ਕੁਝ ਪੜ੍ਹ ਕੇ ਆਪ ਜੀ ਨਾਲ ਸਾਂਝੇ ਕਰਦੇ ਹਾਂ। ਦਾਸ ਦੇ ਅੰਦਰੋਂ ਖਾਲੀ ਹੈਗਾ, ਮੈਂ ਤਾਂ ਕੀ ਬਚਨ ਆਪ ਜੀ ਨਾਲ ਕਰਨੇ। ਭਾਈ ਸਾਹਿਬ ਜੀ ਲਿਖਦੇ ਆ, ਗੁਰਬਾਣੀ ਦੀ ਆਰੰਭਤਾ ਸ੍ਰੀ ਜਪਜੀ ਸਾਹਿਬ ਦੀ ਬਾਣੀ ਤੋਂ ਹੁੰਦੀ ਹੈ ਤੇ ਗੁਰਬਾਣੀ ਦੇ ਆਰੰਭ ਵਿੱਚ ਹੈ ਮੂਲ ਮੰਤਰ। ਮੂਲ ਮੰਤਰ ਤੋਂ ਬਾਅਦ ਦੇ ਵਿੱਚ ਜਪ। ਤਾਂ ਭਾਈ ਸਾਹਿਬ ਜੀ ਲਿਖਦੇ ਆ, ਇਹ ਜਪ ਦੀ ਐਸੀ ਨਗਾਰੇ ਦੀ ਚੋਟ ਵੱਜੀ ਆ ਕਿ ਇਹਦੀ ਗੂੰਜ ਜਿਹੜੀ ਆ ਸਮਗਰ ਗੁਰਬਾਣੀ ਦੇ ਵਿੱਚ ਸੁਣਾਈ ਦਿੰਦੀ ਹੈ, ਆਦਿ ਮੱਧ ਅੰਤ। ਇਸੇ ਜਪ ਨੂੰ ਹੀ ਵਿਆਖਿਆ ਸਿਮਰਨ, ਕਿਤੇ ਨਾਮ ਦਾ ਭੋਜਨ, ਕਿਤੇ ਨਾਮ ਦਾ ਨਸ਼ਾ, ਕਿਤੇ ਨਾਮ ਨੂੰ ਪਹਿਨਣਾ, ਕਿਤੇ ਨਾਮ ਅੰਮ੍ਰਿਤ ਨੂੰ ਪਹੁੰਚਣਾ। ਵੱਖਰੇ ਵੱਖਰੇ ਰੂਪ ਵਿੱਚ ਪਾਤਸ਼ਾਹ ਜੀ ਨੇ ਇਸੇ ਹੁਕਮ ਨੂੰ ਦ੍ਰਿੜ ਕਰਵਾਇਆ। ਦਸਾਂ ਜਾਮਿਆਂ ਵਿੱਚ ਹੀ ਇਸੇ ਹੁਕਮ ਸਿਰ ਹੁਕਮ ਨੂੰ ਪ੍ਰਚਾਰਿਆ। ਇਸ ਹੁਕਮ ਨੂੰ ਬਾਰ-ਬਾਰ ਦ੍ਰਿੜ ਕਰਾਉਣ ਦੀ ਲੋੜ ਕਿਉਂ ਪਈ? ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੁਆ ਸਿਆ। ਪਤਾ ਨਹੀਂ ਕਿੰਨੇ ਕੁ ਜਨਮਾਂ ਦੇ ਪੂਰੇ ਕਰਮ ਅਸੀਂ ਮਾੜੇ ਕੀਤੇ ਆ ਤੇ ਸਾਡਾ ਮਨ ਇੰਨਾ ਕੁ ਮਲੀਨ ਹੋ ਚੁੱਕਾ ਆ। ਸੋ ਇਸ ਮਨ ਨੂੰ ਬਾਰ-ਬਾਰ ਚੋਟ ਮਾਰਨ ਦੀ ਲੋੜ ਸੀ। ਬਾਰ-ਬਾਰ ਇੱਕ ਇੱਕ ਸ਼ਬਦ ਦੇ ਵਿੱਚ ਨਾਮ ਜਪ, ਨਾਮ ਜਪ, ਨਾਮ ਸਿਮਰ। ਕਿਉਂਕਿ ਇਹ ਮਨ ਜਿਹੜਾ ਏਡੀ ਛੇਤੀ ਕਾਬੂ ਆਉਣ ਵਾਲਾ ਨਹੀਂ। ਹਰ ਵਕਤ ਮਨ ਚ ਕੁਫਰਨੇ ਚੱਲਦੇ ਰਹਿੰਦੇ ਹਨ। ਸੋ ਇਹ ਜਿਹੜਾ ਹੁਕਮਨ ਰੂਪੀ ਹੁਕਮਾਂ ਸਿਰ ਹੁਕਮ ਹੈ, ਹਰ ਕੀਰਤ ਸਾਧ ਸੰਗਤ ਹੈ, ਇਸ ਨੂੰ ਕਮਾਉਣ ਵਾਸਤੇ ਕੁਝ ਸਹਾਇਕ ਕਰਮ ਹਨ ਜਿਹਨੂੰ ਸਾਧਨ ਸੰਪੰਨ ਕਰਮ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਕਰਨਾ ਅਤਿਅੰਤ ਜ਼ਰੂਰੀ ਹੈ। ਭਾਈ ਸਾਹਿਬ ਜੀ ਲਿਖਦੇ ਹਨ ਕਿ ਜੇ ਕਈਆਂ ਦਾ ਖਿਆਲ ਹੈ ਕਿ ਨਾਮ ਜਪੀ ਜਾਈਏ, ਹੋਰ ਕਰਮ ਕਰਨ ਦੀ ਲੋੜ ਨਹੀਂ, ਤੇ ਐਸਾ ਵਿਧਾਨ ਵੀ ਗੁਰਮਤਿ ਵਿੱਚ ਪ੍ਰਵਾਨ ਨਹੀਂ। ਫਾਰ ਐਗਜ਼ਾਮਪਲ ਇਸ਼ਨਾਨ ਹੈ। ਹੁਣ ਜੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰ ਲਿਆ, ਸਿਮਰਨ ਕੀਤਾ, ਉਹ ਇਸ਼ਨਾਨ ਵੀ ਪ੍ਰਵਾਨ ਨਹੀਂ ਹੈ। ਤੇ ਜੇ ਕਹੀਏ ਕਿ ਇਸ਼ਨਾਨ ਕਰਨ ਦੀ ਲੋੜ ਨਹੀਂ, ਇਕੱਲਾ ਨਾਮ ਸਿਮਰਨ ਕਰ ਲਓ, ਉਹ ਵੀ ਗੁਰਬਾਣੀ 'ਚ ਗੁਰਮਤਿ ਫਲ ਵਿਧਾਨ ਨਹੀਂ ਹੈ। ਜਿਹੜੇ ਸਹਾਇਕ ਕਰਮ ਕਰਨੇ ਉਹ ਅਤਿਅੰਤ ਜ਼ਰੂਰੀ ਹੈ। ਭਾਈ ਸਾਹਿਬ ਜੀ ਲਿਖਦੇ ਹਨ ਕਿ ਕੇਵਲ ਨਾਮ ਜਪੀ ਜਾਣਾ ਜਾਂ ਸਹਾਇਕ ਕਰਮਾਂ ਨੂੰ ਬਿਲਕੁਲ ਤਿਆਗ ਦੇਣਾ ਚੜ੍ਹਦੀ ਕਲਾ ਦੇ ਵਿੱਚ ਨਹੀਂ ਜਾ ਸਕਦਾ ਬੰਦਾ। ਤੇ ਜੇਕਰ ਇਕੱਲੇ ਸਹਾਇਕ ਕਰਮ ਹੀ ਅਸੀਂ ਮੁੱਖ ਸਮਝ ਲਈਏ ਤਾਂ ਨਾਮ ਸਿਮਰਨ ਨਾ ਕਰੀਏ ਤੇ ਉਹ ਵੀ ਇੱਕ ਕਰਮ ਕਾਂਡ ਹੋ ਜਾਂਦੇ ਹਨ। ਸੋ ਮੁੱਖ ਕਰਮ ਨੂੰ ਕਮਾਉਣ ਵਾਸਤੇ ਸਹਾਇਕ ਕਰਮ ਜਿਹੜੇ ਉਹ ਅਤਿਅੰਤ ਜ਼ਰੂਰੀ ਹੈ। ਕੁਝ ਕਰਮ ਐਸੇ ਹਨ ਜਿਹੜੇ ਗੁਰੂ ਪਾਤਸ਼ਾਹ ਦੇ ਸਮੇਂ ਤੋਂ ਸੀਨਾ ਬਸੀਨਾ ਚੱਲੇ ਆਉਂਦੇ ਹਨ, ਉਹ 'ਚ ਗੁਰਬਾਣੀ ਦਾ ਪ੍ਰਮਾਣ ਨਹੀਂ ਮਿਲਦਾ। ਜਿਵੇਂ ਕਿ ਖੰਡੇ ਬਾਟੇ ਦੀ ਪੌਲ ਹੈ। ਸੋ ਜਿੱਥੇ ਵੀ ਗੁਰਬਾਣੀ ਦੇ ਵਿੱਚ ਅੰਮ੍ਰਿਤ ਦਾ ਜ਼ਿਕਰ ਆਇਆ, ਉਹ ਨਾਮ ਅੰਮ੍ਰਿਤ ਦਾ ਜ਼ਿਕਰ ਆਇਆ, ਪਰ ਖੰਡੇ ਦੀ ਪੌਲ ਦਾ ਜਿਹੜਾ ਸਪਸ਼ਟ ਹੁਕਮ ਉਹ ਗੁਰਬਾਣੀ 'ਚ ਨਹੀਂ ਆਇਆ। ਉਹ ਸੀਨਾ ਬਸੀਨਾ ਚੱਲਿਆ ਆਉਂਦਾ।
ਪਰ ਉਹ ਵੀ ਗੁਰੂ ਸਾਹਿਬ ਦੇ ਪਾਤਸ਼ਾਹ ਦੇ ਹੁਕਮ ਹੀ ਹਨ, ਜਿਹੜੇ ਸੀਨਾ ਬਸੀਨਾ ਚੱਲੇ ਆਉਂਦੇ ਹਨ। ਤੇ ਕੁਝ ਕਰਮ ਐਸੇ ਵੀ ਹਨ ਜਿਹੜੇ ਗੁਰਬਾਣੀ ਵਿੱਚ ਸਪਸ਼ਟ ਤੌਰ ਤੇ ਸਹਾਇਕ ਕਰਮ, ਜਿਹੜੇ ਸ਼ਲਾਘਾਯੋਗ ਕਰਮ ਹਨ, ਜਿਹੜੇ ਗੁਰਮਤਿ ਅਨੁਸਾਰ ਕਰਨੇ ਹਨ। ਤੇ ਕੁਝ ਕਰਮ ਐਸੇ ਜਿਹੜੇ ਵਿਵਰਜਿਤ ਕਰਮ ਹੁੰਦੇ ਆ, ਜਿਹੜੇ ਗੁਰਸਿੱਖ ਨੇ ਕਦੇ ਨਹੀਂ ਕਰਨੇ, ਗੁਰੂ ਸਾਹਿਬ ਨੇ ਜਿਨ੍ਹਾਂ ਤੋਂ ਵਰਜਿਆ ਹੈ, ਜਿਨ੍ਹਾਂ ਵਿੱਚ ਸੀਨਾ ਬਸੀਨਾ ਵਜੋਂ ਕ੍ਰਿਆਤਾਂ ਵੀ ਆ ਜਾਂਦੀਆਂ ਤੇ ਉਸ ਤੋਂ ਬਿਨਾਂ ਹੋਰ ਵੀ ਕ੍ਰਿਆਤਾਂ ਆ ਜਾਂਦੀਆਂ। ਇਸ ਤੋਂ ਬਿਨਾਂ ਗੁਰਬਾਣੀ ਦੇ ਵਿੱਚ ਜਿਹੜੇ ਵਿਵਰਜਿਤ ਕਰਮ ਆ ਉਹਨਾਂ ਦਾ ਜ਼ਿਕਰ ਵੀ ਕਈ ਜਗ੍ਹਾ ਆਉਂਦਾ ਆ। ਕਈ ਸ਼ਬਦ ਹਨ ਜਿਹਦੇ ਵਿੱਚ ਮੁੱਖ ਕਰਮ ਅਤੇ ਵਿਵਰਜਿਤ ਕਰਮ ਦੋਨੋਂ ਹੀ ਆ ਜਾਂਦੇ ਆ। ਕਈ ਜਗ੍ਹਾ ਮੁੱਖ ਕਰਮ ਆਉਂਦਾ ਤੇ ਕਈ ਜਗ੍ਹਾ ਸਾਧਨ ਸੰਪੰਨ ਕੱਲਾ ਵੀ ਆ ਜਾਂਦਾ। ਜਿਵੇਂ ਫਾਰ ਐਗਜ਼ਾਮਪਲ ਕਿ ਨਿੰਦਾ ਦਾ ਤਿਆਗ, ਹਉਮੈ ਦਾ ਤਿਆਗ, ਅਹੰਕਾਰ ਦਾ ਤਿਆਗ ਕਰਨਾ, ਇਹ ਵਿਵਰਜਿਤ ਕਰਮ ਹੈ। ਤੇ ਮੁੱਖ ਕਰਮ ਹੈਗਾ ਹੈ ਮਨ ਮੇਰੇ ਤਜ ਨਿੰਦਾ ਹਉਮੈ ਅਹੰਕਾਰ, ਹਰ ਜਿਉ ਸਦਾ ਧਿਆਏ ਤੂੰ ਗੁਰਮੁਖ ਏਕ ਓੰਕਾਰ। ਹੁਣ ਇਹਦੇ ਵਿੱਚ ਜਿਹੜਾ ਮੁੱਖ ਕਰਮ ਹੈ ਉਹ ਹਰ ਜਿਉ ਸਦਾ ਧਿਆਏ ਤੂੰ, ਤੇ ਇਹਦੇ ਨਾਲ ਸਹਾਇਕ ਕਰਮ ਤਜ ਨਿੰਦਾ ਹਉਮੈ ਅਹੰਕਾਰ, ਤਿੰਨਾਂ ਚੀਜ਼ਾਂ ਦਾ ਤਿਆਗ ਕਰਨਾ। ਬਿਨਾਂ ਸ਼ੱਕ ਕਿ ਇਹ ਅੰਦਰੋਂ ਸੰਪੂਰਨ ਤੌਰ ਤੇ ਇਹਨਾਂ ਦਾ ਅਭਾਵ, ਇਹਨਾਂ ਦਾ ਖਾਤਮਾ ਤੇ ਨਾਮ ਬਾਣੀ ਦੀ ਕਮਾਈ ਨਾਲ ਹੀ ਹੁੰਦਾ ਹੈ। ਪਰ ਪਹਿਲੀ ਅਵਸਥਾ ਦੇ ਵਿੱਚ ਸਾਨੂੰ ਇਸ ਮਨ ਨੂੰ ਜਬਰੀ ਰੋਕਣਾ ਪੈਂਦਾ ਹੈ। ਤੇ ਜਿਹੜਾ ਇਹ ਮੁੱਖ ਕਰਮ ਜੋ ਹਰਕੀਰਤ ਸਾਧ ਸੰਗਤ ਹੈ, ਇਹਦੇ ਨਾਲ ਇੱਕ ਖਾਸ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ। ਉਹ ਇਹ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਇਹ ਬਹੁਤ ਜ਼ਰੂਰੀ ਹੈ। ਤੁਸੀਂ ਸਾਖੀ ਸੁਣੀ ਗੁਰੂ ਨਾਨਕ ਪਾਤਸ਼ਾਹ ਦੀ, ਜਦੋਂ ਮੁਸਲਮਾਨ ਨਵਾਬ ਨੇ ਪਾਤਸ਼ਾਹ ਜੀ ਕੇ ਸਵਾਲ ਕੀਤਾ ਸੀ, ਤੁਹਾਨੂੰ ਸਾਂਝੇ ਪੀਰ ਕਿਹਾ ਜਾਂਦਾ, ਤੁਸੀਂ ਜਗ ਦੇ ਸਾਂਝੇ ਹੋ, ਤੇ ਚਲੋ ਸਾਡੇ ਨਾਲ ਨਮਾਜ਼ ਗੁਜ਼ਾਰੋ ਮਸੀਤ ਵਿੱਚ ਜਾ ਕੇ। ਗੁਰੂ ਪਾਤਸ਼ਾਹ ਤੁਰ ਪਏ, ਤੋ ਨਵਾਬ ਤੇ ਉਹਦਾ ਸਹਾਇਕ ਜਿਹੜਾ ਸੀ ਉਹ ਖੜੇ ਹੋਏ, ਗੁਰੂ ਪਾਤਸ਼ਾਹ ਵੀ ਇੱਕ ਸਾਈਡ ਤੇ ਖੜੇ ਹੋ ਗਏ। ਤੋ ਉਹਨਾਂ ਨੇ ਆਪਣੀ ਨਮਾਜ਼ ਸ਼ੁਰੂ ਕੀਤੀ, ਜਿੱਦਾਂ ਝੁਕ ਕੇ ਕਰਦੇ ਆ, ਫਿਰ ਕਲਮਾ ਪੜ੍ਹ ਕਲਾਮ ਪੜ੍ਹਦੇ ਆ। ਤੋ ਉਹ ਕਦੇ ਕਦੇ ਗੁਰੂ ਸਾਹਿਬ ਵੱਲ ਵੀ ਦੇਖ ਲੈਂਦੇ, ਚੋਰੀ ਆਖਣਾ ਵੀ ਇਹ ਤੇ ਖੜੇ ਆ, ਕੁਛ ਨਹੀਂ ਕਰ ਰਹੇ। ਤੇ ਜਦੋਂ ਉਹਨਾਂ ਦੀ ਨਮਾਜ਼ ਸਮਾਪਤ ਹੋਈ, ਕਹਿੰਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ? ਕਹਿੰਦੇ ਤੁਸੀਂ ਵੀ ਨਹੀਂ ਪੜ੍ਹੀ। ਕਹਿੰਦੇ ਅਸੀਂ ਤੁਹਾਡੇ ਸਾਹਮਣੇ ਸਾਰਾ ਝੁਕ ਰਿਹਾ, ਨਮਾਜ਼ ਕਰ ਰਿਹਾ ਸੀ, ਤੇ ਤੁਸੀਂ ਸਾਨੂੰ ਦੇਖਿਆ ਨਹੀਂ। ਕਹਿੰਦੇ ਹਾਂ, ਸਰੀਰਕ ਤੌਰ ਤੇ ਤੁਸੀਂ ਕਰ ਰਹੇ ਸੀ ਨਮਾਜ਼, ਪਰ ਮਨ ਕਰਕੇ ਇੱਥੇ ਹਾਜ਼ਰ ਨਹੀਂ ਸੀ। ਨਵਾਬ ਨੂੰ ਕਿਹਾ ਤੂੰ ਤੇ ਉੱਥੇ ਕਾਲ ਵੇਖਿਆ ਆਪਣੇ ਉਹ ਘੋੜੇ ਖਰੀਦਣ ਵੱਲ ਸੋਚੀ ਜਾਂਦਾ ਸੀ। ਤੇ ਜਿਹੜਾ ਸਹਾਇਕ ਸੀ ਉਹਨੇ ਕਿਹਾ ਤੇਰੇ ਘਰ ਉਹ ਘੋੜੀ ਦਾ ਛੋਟਾ ਬੱਚਾ ਸੀ, ਤੈਨੂੰ ਇਹ ਫਿਕਰ ਪੈ ਗਿਆ ਕਿ ਉਹ ਖੂਹ 'ਚ ਨਾ ਡਿੱਗ ਪਵੇ। ਸੋ ਮਨ ਕਰਕੇ ਤੁਸੀਂ ਸਰੀਰ ਕਰਕੇ ਤਾਂ ਹਾਜ਼ਰ ਸੀ, ਪਰ ਮਨ ਕਰਕੇ ਹਾਜ਼ਰ ਨਹੀਂ ਸੀ। ਸੋ ਜਦੋਂ ਵੀ ਗੁਰਬਾਣੀ ਦਾ ਪਾਠ, ਗੁਰਬਾਣੀ ਦਾ ਕੀਰਤਨ, ਨਾਮ ਸਿਮਰਨ, ਇਹਦੇ ਵਿੱਚ ਮਨ ਦੀ ਹਾਜ਼ਰੀ ਜ਼ਰੂਰੀ ਆ। ਐਸਾ ਨਾ ਹੋਵੇ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਵੀ ਜਿਵੇਂ ਫਾਰ ਐਗਜ਼ਾਮਪਲ ਮੈਂ ਗੁਰਬਾਣੀ ਦਾ ਪਾਠ ਸ਼ੁਰੂ ਕੀਤਾ, ਜਪਜੀ ਸਾਹਿਬ ਹੀ ਕਰ ਰਿਹਾ, ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਅਕਾਲ ਪੁਰਖ ਜੀ ਨੂੰ ਮੈਂ ਸੰਬੋਧਨ ਹੋ ਕੇ ਇਹ ਪੜ੍ਹ ਰਿਹਾ, ਮੂੰਹ 'ਚੋਂ ਪੜ੍ਹ ਰਿਹਾ, ਮੇਰਾ ਧਿਆਨ ਦੇ ਵਿੱਚ ਕੋਈ ਹੋਰ ਚੀਜ਼ ਆ ਜਾਵੇ, ਕੋਈ ਤਸਵੀਰ ਆ ਗਈ ਜਾਂ ਮੇਰੇ ਕੰਮ ਦੀ ਕੋਈ ਗੱਲ ਆ ਗਈ। ਸੋ ਇੱਕ ਤਾਂ ਭਾਈ ਸਾਹਿਬ ਜੀ ਲਿਖਦੇ ਆ, ਗੁਰਬਾਣੀ ਨੂੰ ਅਸੀਂ ਕੁਥਾਓਂ ਘਟਾਉਂਦੇ ਆ ਕਿ ਮੂੰਹ 'ਚੋਂ ਮੈਂ ਗੁਰਬਾਣੀ ਦਾ ਪਾਠ ਕਰ ਰਿਹਾ, ਮੇਰਾ ਧਿਆਨ ਜਿਹੜਾ ਹੋਰ ਪਾਸੇ ਹੋ ਚਲਾ ਗਿਆ। ਇਹ ਗੁਰਬਾਣੀ ਦਾ ਇੱਕ ਤਰ੍ਹਾਂ ਨਿਰੰਤਰ ਵੀ ਹੈਗਾ। ਸੋ ਗੁਰਬਾਣੀ ਦਾ ਪਾਠ ਕਰਨ ਲੱਗਿਆਂ ਪਹਿਲੋਂ ਮਨ ਨੂੰ ਕਾਬੂ ਕਰਕੇ ਫੁਰਨਿਆਂ ਕੁਫਰਨਿਆਂ ਵੱਲੋਂ ਰੋਕ ਕੇ ਗੁਰਬਾਣੀ ਨੂੰ ਸੁਰਤ ਨਾਲ ਸੁਣਨਾ। ਜਿੰਨਾ ਚਿਰ ਸਾਡਾ ਮਨ ਨਹੀਂ ਹਾਜ਼ਰ, ਸੁਰਤ ਗੁਰਬਾਣੀ ਵਿੱਚ ਨਹੀਂ ਲੱਗੀ, ਸਾਡੀ ਸੇਵਾ ਪ੍ਰਵਾਨ ਨਹੀਂ ਹੁੰਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸੋ ਇਸ ਇਕਾਗਰਤਾ ਨੂੰ ਗ੍ਰਹਿਣ ਕਰਨ ਵਾਸਤੇ ਜਿਹੜੇ ਕੁਝ ਸਾਧਨ ਸੰਪੰਨ ਕਰਮ ਉਹ ਕਰਨ ਬਹੁਤ ਜ਼ਰੂਰੀ ਹੈ, ਜਿਨ੍ਹਾਂ ਵਿੱਚ ਕੁਝ ਆਪ ਜੀ ਨਾਲ ਸਾਂਝੇ ਕਰਨਾ। ਜਿਵੇਂ ਆਪਾਂ ਅੰਮ੍ਰਿਤ ਵੇਲੇ ਦਾ ਇਸ਼ਨਾਨ ਆ, ਸਾਵਧਾਨਤਾ ਵਾਸਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਅਤੀ ਜ਼ਰੂਰੀ ਹੈ। ਖਾਸ ਕਰਕੇ ਜਿਹੜਾ ਗੁਰੂ ਸਾਹਿਬ ਦਾ ਹੁਕਮ ਹੈ ਸਕੇਸ਼ ਇਸ਼ਨਾਨ ਕਰਨਾ।
ਸਕੇਸ਼ ਇਸ਼ਨਾਨ ਦੇ ਨਾਲ ਜੋ ਸਾਵਧਾਨਤਾ ਆਉਂਦੀ ਹੈ ਉਹ ਬਿਨਾਂ ਸਕੇਸ਼ਾਂ ਇਸ਼ਨਾਨ ਤੋਂ ਨਹੀਂ ਆਉਂਦੀ। ਇੱਕ ਤਾਂ ਹੈ ਦਸਮ ਦੁਆਰਾ ਸਾਡੇ ਅੰਮ੍ਰਿਤ ਦੇ ਵੀ ਇੱਥੇ ਛਿੱਟੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹੁੰਦੇ ਆ। ਸਕੇਸ਼ ਇਸ਼ਨਾਨ ਕਰਨਾ ਗੁਰਸਿੱਖ ਵਾਸਤੇ ਬਹੁਤ ਜ਼ਰੂਰੀ ਹੈ। ਸਾਵਧਾਨਤਾ ਵੀ ਆਉਂਦੀ ਆ, ਸੁਚੇਤਤਾ ਆਉਂਦੀ ਆ। ਇਸ ਤੋਂ ਬਾਅਦ ਨਾਲ ਇਸ਼ਨਾਨ ਦੇ ਗੁਰਬਾਣੀ ਦਾ ਜਾਪ ਕਰਨਾ, ਸਿਮਰਨ ਕਰਨਾ, ਮਨ ਦਾ ਇਸ਼ਨਾਨ ਕਰਨਾ। ਉਸ ਤੋਂ ਬਾਅਦ ਦੇ ਵਿੱਚ ਜਦੋਂ ਅਸੀਂ ਸਿਮਰਨ ਕਰਨ ਬੈਠੇ, ਆਮ ਹੀ ਇਹ ਕੁਐਸਚਨ ਆਉਂਦਾ ਕਿ ਸਾਡਾ ਮਨ ਟਿਕਾਓ 'ਚ ਨਹੀਂ ਆਉਂਦਾ। ਬਿਲਕੁਲ ਠੀਕ ਹੈ, ਪਹਿਲੀਆਂ ਅਵਸਥਾ ਦੇ ਵਿੱਚ ਮਨ ਨੂੰ ਟਿਕਾਉਣਾ ਬੜਾ ਔਖਾ ਹੈ, ਪਰ ਉਹਦੇ ਨਾਲ ਭਾਈ ਸਾਹਿਬ ਜੀ ਲਿਖਦੇ ਪਹਿਲੀ ਅਵਸਥਾ ਦੇ ਵਿੱਚ ਸਿਮਰਨ ਦੇ ਨਾਲ ਬਾਣੀ ਦਾ ਅਭਿਆਸ ਅਤੀ ਸਹਾਇਕ ਤੇ ਜ਼ਰੂਰੀ ਹੈ, ਖਾਸ ਕਰਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ। ਗੁਰਬਾਣੀ ਭਾਈ ਸਾਹਿਬ ਜੀ ਲਿਖਦੇ ਆ, ਇਹ ਸੁਰਤ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੀ ਆ, ਬਾਹਰ ਨਹੀਂ ਫਿਰ ਜਾਂਦੀ। ਸਾਡੀ ਸੁਰਤ ਜਿਹੜੀ ਆ ਉਹ ਗੁਰਬਾਣੀ ਹੀ ਉਸ ਨੂੰ ਰੋਕ ਸਕਦੀ। ਗੁਰਬਾਣੀ ਦੇ ਆਸਰੇ ਦੇ ਨਾਲ ਫਿਰ ਸਾਡਾ ਮਨ ਬਾਰ-ਬਾਰ ਨਾਮ ਵਿੱਚ ਲੱਗਦਾ, ਸਹਾਇਕ ਹੁੰਦੀ ਹੈ। ਇਸ ਤੋਂ ਅੱਗੇ ਨਾਲ ਇਹ ਹੁੰਦਾ ਹੈ ਕਿ ਅਸੀਂ ਜੋ ਦਿਨ ਵੇਲੇ ਕਰਮ ਕਰਦੇ ਹਨ, ਕੁਛ ਵੀ ਕਰਦੇ ਹਾਂ, ਸਪੋਜ਼ ਕਰੋ ਇਹ ਸਾਡੇ ਗਿਆਨ ਇੰਦਰੀਆ ਨੇਤਰ ਹਨ, ਸਾਡੇ ਕੰਨ ਹਨ, ਵਾਸ਼ਨਾ ਹੈ, ਰਸਨਾ ਹੈ, ਇਹਦਾ ਵੀ ਸਾਡੀ ਸੁਰਤ 'ਤੇ ਅਸਰ ਹੁੰਦਾ ਹੈ। ਜੇ ਦਿਨ ਵੇਲੇ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, हर बिन अवर न देखो कोई नदरी हर निहाला। ये वैसे संसार तुम देख दे, ये हर का रूप है, हर रूप नदरी है। चलो वो अवस्था तो बड़ी उच्ची आ, पर मन नूं गुरु पातशाह दे उपदेश याद रखने बई नहीं, सारा संसार गुरु का रूप है। पर त्रै रूप न पेखै नेत्र साध की टहल संत संग हेत, विवर्जित कर्म पर त्रै रूप न पेखै नेत्र। क्यों? जदों इधर सुरत दिने गई, जो कुछ असीं देखते हाँ, जो कुछ असीं सुनते हाँ, वो साडी सुरत दे विच स्टोर होई जा रहा। तुसीं कई बार आजमा के देखिया होवे, कोई दुनियावी कामकार असीं सारा दिन करते रहिए ना, सानूं सुत्तियां पियां नूं भी ओह कई बार ओह काम असीं सुत्ते पिया भी करी जाने। कई बार बड़बड़ाउने आ, कई बार कोई पुछदे तूं किहदे नाल गल्लां करी जाना कल्ला बई। वो होंदा है भी सारा दिन किसी नाल गलबात करिए, काम करिए, तो बंदा कल्ला भी कई बार वो गल्लां करन लग पैंदा। ਉਹਦਾ ਕਾਰਨ ਇਹ ਹੈ ਕਿ ਜੋ ਅਸੀਂ ਅੱਖਾਂ ਨਾਲ ਦੇਖਦੇ ਹਾਂ, ਕੰਨਾਂ ਨਾਲ ਸੁਣਦੇ ਜਾਂ ਬੋਲਦੇ ਹਾਂ, ਉਹ ਸਾਡੀ ਸੁਰਤ ਵਿੱਚ ਸਟੋਰ ਹੋ ਰਿਹਾ। ਤੇ ਜਿਹੜੇ ਕਰਮ ਅਸੀਂ ਦਿਨੇ ਕਰਦੇ ਹਾਂ, ਜੇ ਤਾਂ ਉਹ ਗੁਰਮਤਿ ਦੇ ਅਨੁਸਾਰ ਹੀ ਕਰਮ ਹੈ, ਤਾਂ ਉਹ ਸਾਡੇ ਸਿਮਰਨ ਵਿੱਚ ਵਿਘਨਕਾਰੀ ਨਹੀਂ ਬਣਨਗੇ। ਪਰ ਜੇਕਰ ਪਰਾਇਆ ਰੂਪ ਦੇਖ ਰਿਹਾ ਆ, ਵਾਸ਼ਨਾ ਵੱਲ ਨੱਕ ਲੱਗਾ, ਰਸਨਾ ਸਵਾਦ ਵੱਲ ਲੱਗੀ ਹੈ, ਕਰਨ ਨਿੰਦਾ ਸੁਣਨ ਵੱਲ ਲੱਗੇ ਆ, ਤੇ ਲਾਏ ਕਿ ਅਸੀਂ ਇਹ ਸਰਵਣੋ ਮੇਰੇ ਹੋ ਸਾਚਾ ਸੁਣਨੇ ਨੂੰ ਪਠਾਏ, ਸਾਚਾ ਸੁਣਨ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸਚ ਲਖ ਉਜਾਣੀ ਤਾਂ ਕੀ ਗਤ ਕਹੀ न जाए। कहे नानक अमृत नाम सुनो पवित्र होवो, ਸਾਚਾ ਸੁਣਨ ਨੂੰ ਪਠਾਏ। ਇਹ ਨੇਤਰ ਜਿਹੜੇ ਆ, ਇਹ ਕਾਲ ਪੁਰਖ ਜੀ ਦਾ ਦਰਸ਼ਨ ਦੀਦਾਰ ਹੈ। ਸਾਰਿਆਂ ਜੋ ਗੁਰੂ ਦਾ ਦਰਸ਼ਨ, ਸੰਗਤ ਦੇ ਦਰਸ਼ਨ, ਗੁਰਮੁਖਾਂ ਦੇ ਦਰਸ਼ਨ ਕਰਨ ਵਾਸਤੇ ਆ। ਕਰਨ ਮੇਰੇ ਮੋਹਨ ਕਰਨੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। निंदा भली किसे की नाहि, मनमुख मुद करन मोह काले तन निंदका नागे को बचा। सो विवर्जित कर्म किया, कन्ना नाल निंदा करनी सुननी नहीं, रसना नाल निंदा करनी नहीं, अखां नाल पराया रूप नहीं देखना। सारिਆਂ 'ਚ अकाल पुरख की जोत देख, पराइयां चंगियां मावां भैणां धीआं जाने, सबना विच ऊच समान दी किसी नूं माड़ी। कई बारी ऐसा भी हो जाता आ, भाई साहब जी लिखते हैं कि जिदा गुरमत कर्म करदियां करदियां, सपोज करो मैं ਸਕੇਸ਼ੀ इशनान का धारनी हाँ, तो कोई प्यारा गुरमुख जन किसी कारोबार किसी थोड़ी ढिल करके इशनान किसी नहीं कर सकता, तो मैं उन्होंने घृणा की निगाह देखा भी ये बड़ा ढिलट जाया। कहते ये भी एक सूक्ष्म होम है, इतों भी बचना है। अपने वीरां नूं गुरु साहब के गुरमत कर्म तो दृढ़ करवा के प्रीति प्रेरणा करके उस वल लाउणा, ना कि किसी नाल घृणा करनी।
ਮੇਰਾ ਮਨ ਤਜ ਦਿੰਦਾ ਹੋ ਮੈਂ ਅਹੰਕਾਰ, ਕਿਤੇ ਇਹ ਨਾ ਹੋ ਜਾਵੇ ਕੋਈ ਗੁਰਮਤਿ ਦਾ ਕਰਮ ਕਮਾਉਂਦਾ ਐਸਾ ਅਹੰਕਾਰ ਮਨ ਵਿੱਚ ਆ ਜਾਵੇ ਕਿ ਦੂਜਿਆਂ ਨੂੰ ਆਪਣੇ ਨਾਲ ਮਾੜਾ ਸਮਝੀਏ। ਕਬੀਰ ਹਮ ਸਭ ਤੇ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਨੀਤ ਹਮਾਰਾ ਸੋਏ। ਜਿਹਨੇ ਐਸਾ ਜਾਣ ਲਿਆ ਵੀ ਮੈਂ ਹੀ ਮਾੜਾ ਹੈ ਸਾਰੇ ਚੰਗੇ ਆ ਨਾ, ਉਹ ਹੀ ਸਾਡਾ ਮਿੱਤਰ ਹੈ। ਐਸੀ ਨਿਮਰਤਾ ਦੇ ਧਾਰਨੀ ਹੋਣਾ ਇਹ ਸਹਾਇਕ ਕਰਮ ਹੈ ਸਿਮਰਨ ਵਿੱਚ ਮਨ ਨੂੰ ਲਾਉਣ ਦਾ। ਹੋਰ ਸਹਾਇਕ ਕਰਮ ਕਿਹੜੇ ਹੈ? ਸਤ ਸੰਤੋਖੀ ਭੋਜਨ। ਜਿਸ ਤਰ੍ਹਾਂ ਨੇਤਰਾਂ ਨਾਲ ਦੇਖਿਆ ਸਾਡੀ ਸੁਰਤ ਤੇ ਅਸਰ ਪਾਉਂਦਾ, ਕੰਨਾਂ ਨਾਲ ਸੁਣਿਆ ਸਾਡੀ ਸੁਰਤ ਤੇ ਅਸਰ ਕਰਦਾ, ਇਸੇ ਤਰ੍ਹਾਂ ਜਿਹੜਾ ਭੋਜਨ ਰਸਨਾ ਦੁਆਰਾ ਕੀਤਾ ਉਹ ਵੀ ਸਾਡੀ ਸੁਰਤ ਦੇ ਨਾਲ ਅਸਰ ਕਰਦਾ। ਸਤ ਸੰਤੋਖੀ ਗੁਰਮੁਖ ਜਨਾਂ ਦਾ ਤਿਆਰ ਕੀਤਾ, ਨਾਮ ਬਾਣੀ ਵਿੱਚ ਜੁੜ ਕੇ ਤੀਜਾ ਤਿਆਰ ਕੀਤਾ ਹੋਇਆ ਜਿਹੜਾ ਭੋਜਨ ਹੈ ਉਹ ਅੰਮ੍ਰਿਤ ਭੋਜਨ ਹੈ। ਤੇ ਕਈ ਵਾਰ ਐਸਾ ਹੁੰਦਾ ਆ, ਦੇਖਿਆ ਗਿਆ ਘਰਾਂ ਦੇ ਵਿੱਚ ਕਿ ਪ੍ਰਸ਼ਾਦਾ ਤਿਆਰ ਕਰਦਿਆਂ ਫੋਨ ਆ ਜਾਂਦੇ, ਜਿਉਂ ਨਿੰਦਾ ਕਰਨੀ ਸ਼ੁਰੂ ਕਰਦੇ ਆ ਉਹਦਾ ਅਸਰ ਭੋਜਨ ਦੇ ਵਿੱਚ ਆਉਂਦਾ। ਜਿਹਨੇ ਜਿਹਨੇ ਛਕਣਾ ਆ ਉਹਦੇ ਤੇ ਅਸਰ ਹੁੰਦਾ। ਇਹ ਪੱਕੀ ਪ੍ਰਤੱਖ ਗੱਲ ਹੈ। ਗੁੱਸੇ ਵਿੱਚ ਭੋਜਨ ਤਿਆਰ ਕੀਤਾ ਉਹ 'ਚ ਕ੍ਰੋਧ ਤਮਾ ਆਏਗੀ। ਬਾਣੀ ਪੜ੍ਹਦਿਆਂ ਭੋਜਨ ਜਿਹੜਾ ਤਿਆਰ ਕੀਤਾ ਉਹ ਸਤ ਸੰਤੋਖੀ ਭੋਜਨ ਹੈ, ਗੁਰਮੁਖ ਜਨਾਂ ਦਾ ਤਿਆਰ ਕੀਤਾ। ਰੋਟੀ ਬੇਟੀ ਦੀ ਸਾਂਝ ਗੁਰੂ ਸਾਹਿਬ ਦਾ ਹੁਕਮ ਹੈ, ਗੁਰਸਿੱਖ ਨੇ ਗੁਰਸਿੱਖ ਨਾ। ਇਹ ਹਰ ਇੱਕ ਗੁਰਸਿੱਖ ਨੂੰ ਹੁਕਮ ਹੈ, ਜਿਹੜਾ ਵੀ ਅੰਮ੍ਰਿਤਪਾਨ ਕਰਦਾ ਹਰ ਇੱਕ ਗੁਰਸਿੱਖ ਨੂੰ, ਕਿਸੇ ਨੂੰ ਇਸ ਤੋਂ ਛੋਟ ਨਹੀਂ ਹੁੰਦੀ, ਸਭਨਾਂ ਨੂੰ। ਸੋ ਸਾਡਾ ਇਹ ਭੋਜਨ ਦਾ ਤਨ ਤੇ ਮਨ ਦਾ ਬੜਾ ਗੂੜਾ ਸੰਬੰਧ ਹੈ। ਜੈਸਾ ਐਵੇਂ ਆਮ ਵੀ ਕਹਾਵਤ ਹੈ, ਜੈਸਾ ਅੰਨ ਵੈਸਾ ਮਨ। ਤੇ ਇਹਦੇ ਵਿੱਚ ਸਾਦਗੀ ਦਾ ਭੋਜਨ ਵੀ ਬਹੁਤ ਜ਼ਰੂਰੀ ਹੈ ਕਿ ਰਸਨਾ ਦੇ ਸਵਾਦਾਂ ਨੂੰ ਬਹੁਤ ਮਸਾਲੇਦਾਰ ਤੇਜ਼ ਭੋਜਨ ਖਾਣੇ ਉਹ ਵੀ ਸਾਡੀ ਸੁਰਤੀ ਨੂੰ ਡਿਸਟਰਬ ਕਰਦੇ ਆ। ਹਾਂ ਠੀਕ ਹੈ, ਜਦੋਂ ਗੁਰਸਿੱਖ ਦੀ ਬਿਰਤੀ ਸਿਮਰਨ ਦੇ ਤੇਜ਼ ਪ੍ਰਤਾਪ ਕਰਕੇ, ਬਾਣੀ ਦਾ ਪ੍ਰਤਾਪ ਕਰਕੇ ਉੱਚੀ ਉੱਠ ਜਾਂਦੀ ਹੈ, ਫਿਰ ਉੱਤੇ ਇੱਦਾਂ ਦੀਆਂ ਚੀਜ਼ਾਂ ਅਸਰ ਨਹੀਂ ਕਰਦੀਆਂ। ਜਿਹੜੀ ਪਹਿਲੀ ਅਵਸਥਾ ਉਹਦੇ ਵਿੱਚ ਸਾਨੂੰ ਜਿਹੜਾ ਉਹ ਬੜਾ ਇਸ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਸਾਦਾ ਭੋਜਨ ਦਾ ਕੋਸ਼ਿਸ਼ ਕਰਨਾ। ਇਸ ਤੋਂ ਅੱਗੇ ਆਉਂਦਾ ਹੈ ਸਹਾਇਕ ਕਰਮਾਂ ਦੇ ਵਿੱਚ ਜਿਹੜਾ ਆ ਜਾਂਦਾ ਦਾਨ। ਗੁਰਮਤਿ ਵਿੱਚ ਦਾਨ ਕਿਹੜਾ? ਆਪਣੀ ਧਰਮ ਦੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਣਾ। ਇਹ ਵੀ ਸਾਧਨ ਸੰਪੰਨ ਕਰਮ ਹੈ। ਘੱਟ ਤੋਂ ਘੱਟ ਦਸਵੰਧ, ਬਾਕੀ ਵੱਧ ਤੋਂ ਵੱਧ ਤਾਂ ਭਾਈ ਸਾਹਿਬ ਹੀ ਲਿਖਦੇ ਆ, ਗੁਰਸਿੱਖੜਾ ਜਿਹੜਾ ਉਹ ਤਨ ਮਨ ਧਨ ਸਭ ਕੁਝ ਗੁਰੂ ਦੇ ਚਰਨਾਂ ਤੇ ਨਿਸ਼ਾਵਰ ਕਰ ਦਿੰਦਾ ਹੈ। ਭਾਈ ਸਾਹਿਬ ਲਿਖਦੇ ਗੁਰਸਿੱਖ ਦਾ ਆਪਣਾ ਹੈ ਹੀ ਕੁਛ ਨਹੀਂ, ਨਾ ਤਨ ਨਾ ਮਨ ਨਾ ਧਨ। ਰੋਜ਼ ਆਪਾਂ ਆਨੰਦ ਸਾਹਿਬ 'ਚ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਆ। ਪਰ ਘੱਟ ਤੋਂ ਘੱਟ ਦਸਵੰਧ ਕੱਢਣਾ ਔਰ ਉਹ ਗੁਰੂ ਕੇ ਲੇਖੇ ਲਾਉਣਾ, ਧਰਮ ਕਾਰਜਾਂ ਵਾਸਤੇ ਲਾਉਣਾ, ਧਰਮ ਪ੍ਰਚਾਰ ਵਾਸਤੇ ਲਾਉਣਾ, ਕੋਈ ਗਰੀਬ ਗੁਰਸਿੱਖ ਪਿਆਰੇ ਦੀ ਸੇਵਾ ਕਰਨੀ। ਦਾਨ ਦਿਓ ਇਨਹੀ ਕੋ ਫਲੋ। ਅਕਲੀ ਕੀਚੇ ਦਾਨ। ਦਾਨ ਐਸੀ ਜਗ੍ਹਾ ਨਹੀਂ ਕਰਨਾ ਜਿੱਥੇ ਉਹਦੀ ਦੁਰਵਰਤੋਂ ਹੋਵੇ, ਜਿੱਥੇ ਕੋਈ ਮਾੜੀਆਂ ਚੀਜ਼ਾਂ ਲੈ ਕੇ ਆਪਾਂ ਗਰੀਬ ਦੇਖਦੇ ਹਾਂ। ਕਈ ਵਾਰ ਉਹ ਸ਼ਰਾਬ ਪੀ ਲੈਂਦੇ ਆ, ਜਿਹੜੇ ਬੈਗਰ ਭਖਾਰੀ ਕਰਦੇ ਆ, ਉਹ ਰਾਤ ਨੂੰ ਜਾਂ ਸਮੋਕ ਕਰਨੀ, ਸ਼ਰਾਬ ਕਰਨੀ। ਐਸਾ ਦਾਨ ਕਿਸੇ ਲੇਖੇ ਨਹੀਂ ਲੱਗਦਾ। ਗੁਰਮਤਿ ਦਾਨ, ਧਰਮ ਕਾਰਜਾਂ ਵਾਸਤੇ ਕੀਤਾ ਹੋਇਆ ਦਾਨ, ਉਹ ਲੇਖੇ ਵਿੱਚ ਆਉਂਦਾ, ਸਹਾਇਕ ਕਰਮ ਹੈ। ਇਹਦੇ ਵਿੱਚ ਜਿਸ ਤਰ੍ਹਾਂ ਆਪ ਜੀ ਨਾਲ ਸਾਂਝ ਕੀਤੀ, ਮਨ ਦੀ ਇਕਾਗਰਤਾ। ਭਾਈ ਸਾਹਿਬ ਜੀ ਲਿਖਦੇ ਆ ਕਿ ਕਲਯੁਗ ਦੇ ਵਿੱਚ ਇਕਾਂਤਵਾਸ ਕੇਵਲ ਤੇ ਕੇਵਲ ਸਤ ਸੰਗਤ ਹੈ। ਜਿੱਥੇ ਗੁਰਬਾਣੀ ਦਾ ਅਖੰਡ ਪਾਠ ਸਾਹਿਬ ਹੋ ਰਿਹਾ, ਜਿੱਥੇ ਗੁਰਬਾਣੀ ਦਾ ਅਖੰਡ ਕੀਰਤਨ ਹੋ ਰਿਹਾ, ਸਿਮਰਨ ਹੋ ਰਿਹਾ ਇਕੱਠੇ ਗੁਰਸਿੱਖ ਬੈਠ ਕੇ, ਕਹਿੰਦੇ ਉੱਦਾਂ ਮਨ 'ਚ ਜਿੰਨੀ ਮਰਜ਼ੀ ਇਕਾਂਤ ਵਿੱਚ ਜਾ ਕੇ ਬੈਠ ਜਾਓ, ਜਿਹੜੇ ਸਾਡੇ ਫੁਰਨੇ ਆ ਨਾ ਉਹ ਸਾਡੇ ਨਾਲ ਹੀ ਜਾਂਦੇ ਆ ਨਾ। ਫੁਰਨਿਆਂ ਦਾ ਅਭਾਵ ਕੇਵਲ ਸਤ ਸੰਗਤ ਵਿੱਚ ਹੋ ਸਕਦਾ। ਸੋ ਸ੍ਰੀ ਅਖੰਡ ਪਾਠ ਸਾਹਿਬ, ਸ੍ਰੀ ਅਖੰਡ ਕੀਰਤਨ ਤੇ ਸਿਮਰਨ, ਇਸ ਤੋਂ ਬਿਨਾਂ ਇਹ ਮਨ ਦੇ ਵਿੱਚੋਂ ਫੁਰਨੇ ਜਿਹੜੇ ਉਬਾਸ ਨੇ ਭਰੀ ਹੈ, ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ,
मूल पलीती कपड़ होए, दे साबुन लिया ओ धोए, भरिया मत पापां कै संग ओ धोपै नावै। जिद्दां कपड़ा आपां सोप दे नाल वाश करके साफ हो जाता ना, जिद्दां जिद्दां गुरसिख प्रेम नाल अमृत वेले उठ के बाणी पढ़दा आ, सिमरन करदा है ना, ਉਹਦੀ ਸੁਰਤੀ निर्मल हो जाती है, साफ हो जाती है। जिस तरह कोई कागज़ है, जे ਉਹਦੇ ਤੇ इदां काला बहुत कुछ आ काला ਇਹਦੇ ਤੇ ਲਿਖਿਆ ਜਾਵੇ ਤੇ ਨਾ ਪੜ੍ਹ ਹੋਏਗਾ, ਇੱਥੇ ਤੁਸੀਂ ਲਿਖੋਗੇ ਸਪਸ਼ਟ ਪੜ੍ਹ ਹੋ ਜਾਏਗਾ। ਇਸ ਤਰ੍ਹਾਂ ਜਿਹੜੀ ਸੁਰਤੀ ਜਿਹੜੀ ਮੈਲ ਨਾਲ ਭਰੀ ਹੋਈ ਹੈ, ਇੱਥੇ ਟਿਕਾਓ ਬਾਣੀ ਤੇ ਨਾਮ ਦਾ निर्मल सुरती ਦੇ ਵਿੱਚ ਹੀ ਹੋ ਸਕਦਾ ਹੈ। ਪਰ निर्मल सुरती किस तरह होनी आ? बार बार सिमरन बाणी, ਇਹ ਇੱਕ ਧੁਰੋਂ ਆਇਆ ਹੁਕਮ ਹੈ, ਇੱਕੋ ਹੀ ਇੱਕ ਹੁਕਮ ਹੈ ਜਿਹਦੇ ਨਾਲ ਗੁਰਸਿੱਖ ਦਾ ਪਾਰ ਉਤਾਰਾ ਹੋਣਾ, ਗੁਰਸਿੱਖ ਦਾ ਜੀਵਨ ਸਫਲ ਹੋਣਾ। ਤੇ ਇਸ ਤੋਂ ਅੱਗੇ ਸਾਧਨ ਸੰਪਾਦਨ ਕਰਮ ਹੈ ਸੇਵਾ। ਗੁਰਮੁਖ ਪਿਆਰੇ, ਆਪ ਜੀ ਨੇ ਪਿਆਰੇ ਰੰਗਲੇ ਸੱਜਣ ਡਾਕਟਰ ਸੁਰਿੰਦਰ ਸਿੰਘ ਜੀ ਬਾਰੇ ਤਾਂ ਕਾਫੀ ਪੜ੍ਹਿਆ ਸੁਣਾ ਹੋਣਾ, ਕਾਫੀ ਅਵਸਥਾ ਵਾਲੇ। ਉਹਨਾਂ ਦੇ ਸੰਗੀ ਸਾਥੀ ਹੋਏ ਨੇ ਬਾਪੂ ਬਾਲਾ ਸਿੰਘ ਜੀ, ਗੁਰੂ ਕੀ ਵਡਾਲੀ ਵਾਲੇ ਦਾਸ ਨੂੰ ਕੁਛ ਸਮਾਂ, ਕਾਫੀ ਸਮਾਂ ਉਹਨਾਂ ਦੀ ਸੰਗਤ ਵਿੱਚ ਵਿਚਰਨ ਦਾ ਸਮਾਂ ਮਿਲਿਆ। ਉਹਨਾਂ ਦਾ ਇੱਕ ਪੱਕਾ ਨਿਯਮ ਰਿਹਾ, ਜਿੰਨਾ ਚਿਰ ਉਹਨਾਂ ਦਾ ਸਰੀਰ ਚੱਲਦਾ ਰਿਹਾ। ਪਹਿਲਾਂ ਉਹ ਪੰਚਮ ਪਾਤਸ਼ਾਹ ਦਾ ਇਤਿਹਾਸ ਗੁਰਦੁਆਰਾ ਪਿਪਲੀ ਸਾਹਿਬ ਉਹਦੇ ਨੇੜੇ ਰਹਿੰਦੇ ਹੁੰਦੇ ਸੀ। ਬਾਅਦ ਵਿੱਚ ਉਹ ਗੁਰੂ ਕੀ ਵਡਾਲੀ, ਜਿੱਥੇ ਛੇਵੇਂ ਪਾਤਸ਼ਾਹ ਜੀ ਦਾ ਜਨਮ ਸਥਾਨ ਹੈ, ਪ੍ਰਕਾਸ਼ ਸਥਾਨ ਹੈ, ਹੋਰ ਵੀ ਇਤਿਹਾਸਕ ਗੁਰਦੁਆਰੇ, ਉੱਥੇ ਮੂਵ ਹੋ ਗਿਆ ਸੀ। ਬਿਰਧ ਅਵਸਥਾ ਤੱਕ ਉਹ ਜਿੰਨਾ ਚਿਰ ਉਹਨਾਂ ਦਾ ਸਰੀਰ ਚੱਲਦਾ ਰਿਹਾ ਨਾ, ਉਹਨਾਂ ਨੇ ਇੱਕ ਨੇਮ, ਬਾਕੀ ਨੇਮ ਜਿੱਥੇ ਅੰਮ੍ਰਿਤ ਵੇਲਾ ਸਿਮਰਨ ਬਾਣੀ ਸੀ, ਇੱਕ ਨੇਮ ਉਹਨਾਂ ਦਾ ਨਾਲ ਪੱਕਾ ਸੀ ਕਿ ਗੁਰੂ ਘਰ ਵਿੱਚ ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਦੀ ਤੇ ਝਾੜੂ ਦੀ ਸੇਵਾ ਕਰਨੀ। ਬਿਰਧ ਅਵਸਥਾ ਤੱਕ ਜਿੰਨਾ ਚਿਰ ਉਹ ਚੱਲਦੇ ਫਿਰਦੇ ਰਹੇ, ਕਦੇ ਉਹਨਾਂ ਨਾਗਾ ਨਹੀਂ ਸੀ ਪਾਇਆ। ਗੁਰੂ ਸਥਾਨ ਤੇ ਜਾ ਕੇ ਅੰਮ੍ਰਿਤ ਵੇਲੇ ਇਸ਼ਨਾਨ ਦੀ ਤੇ ਝਾੜੂ ਦੀ ਸਾਰੀ ਸੇਵਾ ਕਰਨੀ। ਤੇ ਉਹ ਕਦੇ ਕਦੇ ਦਾਸ ਪ੍ਰਤੀ ਵੀ ਬਚਨ, ਇੰਨੀ ਸਮਝ ਨਹੀਂ ਸੀ ਉਹਨਾਂ ਦੇ ਬਚਨਾਂ ਨੂੰ, ਕਮਾ ਨਹੀਂ ਸਕੇ, ਖਾਲੀ ਦੇ ਖਾਲੀ ਰਹਿ ਗਏ। ਉਹਨਾਂ ਨੇ ਕਹਿਣਾ ਕਿ ਭਾਈ ਜਿੰਨਾ ਪ੍ਰੀਤ ਦੇ ਨਾਲ ਝਾੜੂ ਫੇਰੋਗੇ ਉਨਾ ਹੀ ਮਨ ਨਿਰਮਲ ਹੋਏਗਾ, ਉਨੀ ਮਨ ਵਿੱਚ ਨਿਮਰਤਾ ਆਏਗੀ, ਇੱਦਾਂ ਬੋਲ ਕਹਿਣਾ। ਤੇ ਉਹਨਾਂ ਨੇ ਇਸ ਚੀਜ਼ ਨੂੰ ਕਮਾਇਆ ਜੀ, ਸਾਰੀ ਆ ਗਈ, ਕਦੇ ਉਹਨਾਂ ਨੂੰ ਨਾਗਾ ਨਹੀਂ ਸੀ ਪੈਣ ਦਿੱਤਾ, ਉੱਥੇ ਹਾਜ਼ਰ ਹੋਣ। ਸੋ ਸੇਵਾ ਜਿਹੜੀ ਆ ਇਹ ਮਨ ਦੇ ਵਿੱਚ ਨਿਮਰਤਾ ਲਿਆਉਂਦੀ ਆ। ਜੋੜਿਆਂ ਦੀ ਸੇਵਾ ਕਰਨੀ, ਜੂਠੇ ਬਰਤਨਾਂ ਦੀ ਸੇਵਾ ਕਰਨੀ, ਗੁਰੂ ਘਰ ਦੇ ਵਿੱਚ ਝਾੜੂ ਦੀ ਸੇਵਾ ਕਰਨੀ, ਇਹ ਮਨ ਦੇ ਵਿੱਚ ਇੱਕ ਨਿਮਰਤਾ ਧਾਰਨ ਕਰਨ ਦਾ ਸਹਾਇਕ ਕਰਮ ਹੈ। ਨਾਮ ਬਾਣੀ ਮੁੱਖ ਕਰਮ ਹੈ। ਕੇਵਲ ਉਹ ਕਰਮ ਕਰਾਂਗੇ ਫਿਰ ਉਹ ਪ੍ਰਵਾਨ ਜਿਹੜਾ ਉਹ ਪੂਰਨ ਤੌਰ ਤੇ ਨਹੀਂ ਹੈ। ਸਹਾਇਕ ਕਰਮ ਹਨ, ਪਰ ਇਹ ਸਾਨੂੰ ਹਰ ਵਕਤ ਖਿਆਲ ਰੱਖਣਾ ਕਿ ਜਿਹੜੇ ਸਹਾਇਕ ਕਰਮ ਕਰਨੇ ਆ ਉਹਨਾਂ ਦੇ ਨਾਲ ਮੁੱਖ ਕਰਮ ਵੀ ਕਰਨਾ। ਜੇ ਝਾੜੂ ਦੀ ਸੇਵਾ ਕਰ ਰਹੇ ਨਾਲ ਸਿਮਰਨ ਬਾਣੀ ਦਾ ਜਾਪ, ਜੇ ਜੂਠੇ ਬਰਤਨਾਂ ਦੀ ਸੇਵਾ ਕਰ ਰਹੇ ਬਾਣੀ ਸਿਮਰਨ ਜ਼ਰੂਰ ਹੋਣਾ ਚਾਹੀਦਾ, ਲੰਗਰ ਦੀ ਸੇਵਾ ਕਰ ਰਹੇ ਨਾਮ ਬਾਣੀ ਦਾ ਸਿਮਰਨ ਜ਼ਰੂਰ ਹੋਣਾ ਚਾਹੀਦਾ। ਮੁੱਖ ਕਰਮ ਤੇ ਸਹਾਇਕ ਕਰਮ ਨਾਲੋਂ ਨਾਲ ਚੱਲਣੇ। ਇਕੱਲੇ ਸਹਾਇਕ ਕਰਮ ਕੀਤੇ ਉਹ ਦੁਨਿਆਵੀ ਫਲਾਂ ਤੱਕ ਤੇ ਹੋ ਰਹਿ ਸਕਦੇ ਆ, ਪਰ ਜੇ ਇਸ ਆਤਮਾ ਨੂੰ ਚੜ੍ਹਦੀਆਂ ਕਲਾ ਵਿੱਚ ਲੈ ਜਾਣਾ ਤੇ ਮੁੱਖ ਕਰਮ ਤੇ ਸਹਾਇਕ ਕਰਮ ਦੋਨੋਂ ਕਰਨੇ ਆਪਸ ਵਿੱਚ ਜ਼ਰੂਰੀ ਹਨ। ਇਸੇ ਤਰ੍ਹਾਂ ਹੈ ਗੁਰਦੁਆਰੇ ਗੁਰਧਾਮਾਂ ਦੀ ਯਾਤਰਾ। ਜਿੰਨੇ ਵੀ ਗੁਰੂ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਗੁਰ ਅਸਥਾਨ ਹਨ, ਗੁਰੂ ਸਰੋਵਰ ਹਨ, ਗੁਰੂ ਬੌਲੀਆਂ ਹਨ, ਉਹਨਾਂ ਦੇ ਦਰਸ਼ਨ ਇਸ਼ਨਾਨ ਵੀ ਗੁਰਸਿੱਖ ਦੇ ਵਾਸਤੇ ਪਰਮ ਜ਼ਰੂਰੀ ਹੈ। ਉਹਨਾਂ ਵਾਸਤੇ ਤਨ ਮਨ ਧਨ ਅਰਪਣ ਕਰਨਾ ਉਹ ਵੀ ਗੁਰਸਿੱਖ ਵਾਸਤੇ ਅਤਿਅੰਤ ਜ਼ਰੂਰੀ ਹੈ। ਸੋ ਕੁਛ ਵਿਚਾਰਾਂ ਭਾਈ ਕੁਲਵਿੰਦਰ ਸਿੰਘ ਜੀ ਨੇ ਸਾਂਝੀਆਂ ਕਰਨੀਆਂ ਆਪ ਜੀ ਨਾਲ। ਇੰਨੇ ਕੁ ਮੁੱਖ ਕਰਮ ਤੇ ਸਹਾਇਕ ਕਰਮ ਆਪ ਜੀ ਨਾਲ ਸਾਂਝੇ ਕੀਤੇ ਹੈ ਤੇ ਇੰਨੇ ਕੁ ਨਾਲ ਦਾਸ ਨੂੰ ਖੁਸ਼ੀਆਂ ਬਖਸ਼ਿਸ਼ ਕਰਨੀਆਂ ਤੇ ਕੁਛ ਕਰਮ ਆਪ ਜੀ ਨੇ ਵੀਰ ਜੀ ਨੂੰ ਮਤਲਬ ਵਾਹਿਗੁਰੂ